ਉਹ ਕੱਲ ਮੈਂ ਨਾ ਥੋੜ੍ਹੇ ਜਿਹੇ ਸੁਣਦਾ ਪਿਆ ਸੀਗਾ ਕਿ ਨਾ ਇੱਕ ਵੀਡੀਓ ਦੇ ਵਿੱਚ ਮੈਂ ਵੀਡੀਓ ਸੁਣੀ ਕਿ ਨਾ ਉਹ ਕਹਿੰਦਾ ਕਿ ਯਾਰਾ ਪਹਿਲੇ ਕਣਕ ਨੂੰ ਦੇਖਦੇ ਸੀ ਨਾ ਇੱਦਾਂ ਲੱਗਦਾ ਸੀ ਕਿ ਬੰਦਾ ਮਾਰੀਏ ਤੇ ਬੰਦਾ ਚੁੱਕ ਲਏਗਾ, ਤੇ ਹੁਣ ਤਾਂ ਨਾ ਦਿਲ ਨਹੀਂ ਕਰਦਾ ਕੁੱਤੇ ਨੂੰ ਵੀ ਵੱਟਾ ਮਾਰਨ ਨੂੰ, ਕਿਉਂਕਿ ਕੁੱਤੇ ਦੀ ਦਵਾਈ ਨਹੀਂ ਲਈ ਜਾਣੀ ਸਾਡੇ ਕੋਲੋਂ। ਬਿਸਮਿल्लाहिर्रहमानिर्रहीम, अस्सलाम वालेकुम। ਤੁਸੀਂ ਮੇਰਾ YouTube ਚੈਨਲ ਚੌਧਰੀ ਮੌਸਮੀ ਲੋਕ ਦੇਖਦੇ ਪਏ ਹੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮਾਸ਼ਾਅੱਲਾ ਅਲਹਮਦੁਲਿल्लाह ਕਿ ਮਾਹ ਰਮਜ਼ਾਨ ਦਾ ਮਹੀਨਾ ਸਾਡੇ ਕੋਲੋਂ ਬੜੀ ਜਲਦੀ ਦੇ ਨਾਲ ਨਾ ਬੜੀ ਬੇਸਬਰੀ ਦੇ ਨਾਲ ਸਾਡੇ ਕੋਲ ਅਲਵਿਦਾ ਹੁੰਦਾ ਪਿਆ ਵਾ। ਤੇ ਸਾਡੇ ਲੋਕਾਂ ਦੇ ਹਾਲ ਇਹ ਆ ਕਿ ਅਸੀਂ ਰੋਜ਼ੇ ਨਹੀਂ ਰੱਖਦੇ, ਰੋਜ਼ਾ ਨਾ ਰੱਖ ਕੇ ਤਾਂ ਬਸ ਕੰਮਕਾਰ ਵੀ ਕੋਈ ਨਹੀਂ। ਅੱਜ ਕੱਲ੍ਹ ਐਡੇ ਕੰਮਕਾਰ ਬੰਦਾ ਕਵੇ ਨਾ ਐਡੇ ਕੰਮਕਾਰ ਹੋਣ, ਤੇ ਕੰਮਕਾਰ ਵੀ ਕੋਈ ਨਹੀਂ ਗੇ, ਤੇ ਪਰ ਬਹਾਨਾ ਬਣਾ ਕੇ ਤਾਂ ਰੋਜ਼ਾ ਨਹੀਂ ਰੱਖਣਾ। ਲੇਕਿਨ ਇਹ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ ਕਿ ਜਿਹੜਾ ਅਸੀਂ ਰੋਜ਼ਾ ਨਹੀਂ ਰੱਖਦੇ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਫਿਰ ਇੱਕ ਚੀਜ਼ ਮੈਂ ਹੋਰ ਦੇਖੀ ਆ, ਤੁਹਾਨੂੰ ਮੈਂ ਇੱਕ ਚੀਜ਼ ਬੜੀ ਪਿਆਰੀ ਦੱਸਦਾ ਵਾਂ ਕਿ ਜਿਹੜੀ ਮੈਂ ਜਰਨਲੀ ਰੋਜ਼ ਦੇਖਦਾ ਵਾਂ ਕਿ ਲੋਕ ਇੱਕ ਤਾਂ ਰੋਜ਼ਾ ਨਹੀਂ ਰੱਖਦੇ, ਦੂਸਰਾ ਜਿਹੜਾ ਨਾ ਆਪਣਾ ਸ਼ਰੇਆਮ ਸਿਗਰਟ ਪੀਂਦੇ ਆ, ਸ਼ਰੇਆਮ ਖਾਂਦੇ ਪੀਂਦੇ ਆ। ਤੇ ਮੈਂ ਆਪਣੇ तमाम ਵੀਵਰਸ ਨੂੰ ਤੇ तमाम ਦੇਖਣ ਵਾਲਿਆਂ ਨੂੰ ਸਿਰਫ ਇੱਕ ਛੋਟੀ ਜਿਹੀ ਦਰਖਾਸਤ ਕਰਾਂਗਾ ਕਿ ਕੋਸ਼ਿਸ਼ ਕਰਿਆ ਕਰੋ, ਅਗਰ ਤੁਸੀਂ ਰੋਜ਼ਾ ਨਹੀਂ ਰੱਖ ਸਕਦੇ ਜਾਂ ਤੁਹਾਨੂੰ ਕੋਈ ਮਜਬੂਰੀ ਹੈ ਤੁਸੀਂ ਰੋਜ਼ਾ ਨਹੀਂ ਰੱਖ ਸਕਦੇ, ਜਾਂ ਕੋਈ ਵੀ ਮਾਮਲਾਤ ਹੁੰਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ 100 ਮਾਮਲਾਤ ਹੁੰਦੇ, ਲੇਕਿਨ ਮੈਂ ਨਹੀਂ ਮੰਨਦਾ ਕਿ ਇਸ ਨੂੰ ਕਿ ਤੁਸੀਂ ਇਹਦੇ ਕੋਈ ਬਹਾਨਾ ਬਣਾਓ। ਲੇਕਿਨ ਲੋਕਾਂ ਦੇ ਬਹਾਨੇ ਹੀ ਆ, ਨਾ ਹਿੰਮਤ, ਕਿਉਂਕਿ ਸਾਡੀ ਜਦੋਂ ਈਮਾਨ ਦੀ ਕਮਜ਼ੋਰੀ ਹੋਏਗੀ ਤਾਂ ਫਿਰ ਅਸੀਂ ਬਹਾਨੇ ਬਣਾਵਾਂਗੇ। ਇਸ ਕਰਕੇ ਨਾ ਕੋਸ਼ਿਸ਼ ਕਰਿਆ ਕਰੋ। ਪਹਿਲੀ ਗੱਲ ਤੇ ਰਮਜ਼ਾਨ ਸ਼ਰੀਫ 11 ਮਹੀਨੇ ਪੂਰਾ ਅਸੀਂ ਖਾਂਦੇ ਆ, ਅਗਰ ਇੱਕ ਮਹੀਨਾ ਨਾ ਵੀ ਖਾਧਾ ਤਾਂ ਕਿਹੜਾ ਕੋਈ ਐਡਾ ਬੰਬ ਚੱਲ ਜਾਣਾ। ਤੇ ਇਸ ਕਰਕੇ ਨਾ ਕੋਸ਼ਿਸ਼ ਕਰਿਆ ਕਰੋ ਕਿ ਪਹਿਲੀ ਗੱਲ ਤੇ ਰੋਜ਼ਾ ਰੱਖਿਆ ਕਰੋ। ਜੇਕਰ ਰੋਜ਼ਾ ਦਾ ਮੁੰਡਾ ਪੀ ਨਹੀਂ ਤੇ ਕਿਸੇ ਰੋਜ਼ਾ ਨਹੀਂ ਰੱਖ ਸਕਦੇ ਭਾਈ, ਤੂੰ ਕਿਉਂ ਨਹੀਂ ਰੋਜ਼ਾ ਰੱਖਦਾ, ਤੈਨੂੰ ਕੀ ਮਸਲਾ ਵਾ? ਮੈਂ ਸਿਰਫ ਅੱਜ ਵੀਡੀਓ ਬਣਾਉਂਦਾ ਪਿਆ, ਮੈਂ ਅਸਲ ਗੱਡੀ ਤੇ ਸਫ਼ਰ ਕਰ ਰਿਹਾ ਸੀ ਤੇ ਮੇਰੇ ਨਾਲ ਇੱਕ ਭਾਈ ਮੇਰਾ ਦੋਸਤ ਹੈ ਤੇ ਅੱਜ ਇਹਨੇ ਹੀ ਨਹੀਂ ਰੋਜ਼ਾ ਰੱਖਿਆ, ਤੇ ਮੈਂ ਕਿਹਾ ਚਲੋ ਇਹਦੇ ਤੇ ਹੀ ਵੀਡੀਓ ਬਣਾ ਦੇਵਾਂ, ਕਿਉਂਕਿ ਸ਼ਾਇਦ ਇਹ ਅੱਜ ਮੇਰੀ ਇਸ ਵੀਡੀਓ ਤੋਂ ਹੀ ਸਬਕ ਸਿੱਖ ਲਵੇ। ਕਿਉਂ ਭਾਈ ਜਾਨ? ਬਿਲਕੁਲ। ਤੁਹਾਨੂੰ ਭਾਈ ਜਾਨ ਕੀ ਮਸਲਾ, ਤੁਸੀਂ ਕਿਉਂ ਨਹੀਂ ਰੋਜ਼ਾ ਰੱਖਦੇ ਹੋ? ਬਸ ਅੱਜ ਤੋਂ ਮਜਬੂਰੀ ਬਣ ਗਈ ਸੀ, ਇਸ ਕਰਕੇ ਤੁਹਾਡੀਆਂ ਰੋਜ਼ ਹੀ ਮਜਬੂਰੀਆਂ ਹੁੰਦੀਆਂ। 10 ਦਿਨ ਹੋ ਗਏ। ਪੁੱਛੋ ਪਹਿਲਾਂ ਕਿੰਨੇ ਰੱਖੇ? ਪਹਿਲੇ ਕਿੰਨੇ ਰੱਖੇ? ਪਹਿਲੇ ਦੱਸ ਦੇ ਨਾ ਕਿੰਨੇ ਰੱਖੇ। ਕਹਿੰਦੇ ਭਾਈ ਬਸ ਇਹ ਈਮਾਨ ਦੀ ਕਮਜ਼ੋਰੀ ਆ, ਹੁੰਦਾ ਕੁਛ ਨਹੀਂ। ਮੈਂ ਤੁਹਾਡੇ ਸਾਹਮਣੇ ਰੋਜ਼ਾ ਰੱਖ ਕੇ ਅਲਹਮਦੁਲਿल्लाह ਸਵੇਰ ਵਰਕਸ਼ਾਪ ਤੇ ਆਣਾ 8 ਵਜੇ, ਤੇ ਸ਼ਾਮ ਨੂੰ ਮੈਂ ਆਪਣੇ ਇਫਤਾਰੀ ਤੋਂ ਪਹਿਲੇ ਅੱਧਾ ਘੰਟਾ ਪਹਿਲੇ ਮੈਂ ਆਪਣੀ ਵਰਕਸ਼ਾਪ ਤੋਂ ਘਰ ਵਾਪਸ ਜਾਂਦਾ। ਮਕਸਦ ਗੱਲ ਕਰਨ ਦਾ ਕਿ ਮੈਨੂੰ ਵੀ ਰੋਜ਼ਾ ਲੱਗਦਾ, ਮੈਂ ਵੀ ਇਨਸਾਨ ਆ, ਲੇਕਿਨ ਰੋਜ਼ਾ ਕਿਸ ਚੀਜ਼ ਵਾਸਤੇ ਹੈ, ਕਿਸ ਚੀਜ਼ ਦਾ ਨਾਮ ਹੈ ਕਿ ਸਾਨੂੰ ਲੋਕਾਂ, ਗਰੀਬ ਲੋਕਾਂ ਦਾ ਅਹਿਸਾਸ ਹੋਵੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਆਟੇ ਦਾ ਕਿੰਨਾ ਬੁਹਰਾਨ ਆ, ਤੇ ਕੋਈ ਵੀ ਸਾਡੀ ਹੁਕੂਮਤ ਦਾ ਬੰਦਾ ਇਸ ਚੀਜ਼ ਤੇ ਤਾਂ ਬੋਲਦਾ ਨਹੀਂ ਕਿ ਆਟੇ ਨੂੰ ਆਟੇ ਦਾ ਕੋਈ ਮੁਸਤਕਿਲ ਹੱਲ ਕੀਤਾ ਜਾਵੇ। ਗਰੀਬ ਆਵਾਮ ਇੱਕ ਰੋਜ਼ਾ ਰੱਖ ਕੇ ਸਾਰੀ ਦਿਹਾੜੀ ਆ ਕੇ ਪਰੇਸ਼ਾਨ ਹੁੰਦੀ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਾਰੇ ਦੋਸਤਾਂ ਨੂੰ ਥੋੜ੍ਹਾ ਜਿਹਾ ਅੱਲਾਹ ਪਾਕ ਤੋਂ ਖੌਫ ਦੀ ਅਪੀਲ ਕਰੀਏ ਤੇ ਨਾਲੇ ਥੋੜ੍ਹਾ ਰੋਜ਼ਾ ਰੱਖੀਏ। ਹੁਣ ਮੈਂ ਰਸਤੇ 'ਚ ਅੱਜ ਸਫ਼ਰ ਕਰ ਰਿਹਾ ਸੀ, ਤੇ ਵੈਸੇ ਨਾ ਕਹਿੰਦੇ ਆ ਕਿ ਸਫ਼ਰ ਦੇ ਵਿੱਚ ਰੋਜ਼ਾ ਮਾਫ਼ ਹੁੰਦਾ, ਲੇਕਿਨ ਮੈਂ ਬਹੁਤ ਹੀ ਸ਼ੌਕ ਨਾਲ ਰੋਜ਼ਾ ਰੱਖਦਾ। ਤਕਰੀਬਨ ਮੇਰੀ ਉਮਰ ਸੀ 15 ਸਾਲ ਭਾਈ ਜਾਨ, ਤੇ 15 ਸਾਲ ਤੋਂ ਮੈਂ ਰੋਜ਼ੇ ਰੱਖਣ ਲੱਗਾ। ਨਹੀਂ ਮੈਂ ਤਾਂ ਜਦੋਂ ਦਾ ਤੁਹਾਨੂੰ ਵੇਖ ਰਿਹਾ ਤੁਸੀਂ ਰੋਜ਼ਾ ਨਹੀਂ ਕੁਛ ਛੱਡਦੇ। ਇਹ ਮੇਰੇ ਦੋਸਤ ਨੇ ਤੇ ਮੇਰੇ ਕੋਲ ਹਰ ਸਾਲ ਆਉਂਦੇ ਨੇ, ਗੁਜਰਾਲੀ ਤੋਂ ਆਏ ਨੇ। ਇਹ ਵੀ ਗੁੱਜਰ ਸਾਹਿਬ ਨੇ। ਕੀ ਹਾਲ ਹੈ ਗੁੱਜਰ ਸਾਹਿਬ, ਠੀਕ ਹੋ? ਤੁਹਾਡੇ ਤਬੀਅਤ ਸੇ ਸ਼ੁਕਰ ਅੱਲਾਹ ਦਾ ਜਨਾਬ। ਤੇ ਇਹਨਾਂ ਨੇ ਨਾ ਇਹ ਉੱਥੋਂ ਆਏ ਨੇ, ਮੇਰੇ ਕੋਲ ਮਹਿਮਾਨ ਆਏ ਨੇ, ਤੇ ਮੈਂ ਇਹਨਾਂ ਨੂੰ ਰਿਸੀਵ ਕਰਨ ਆਇਆ ਸੀ। ਮੈਨੂੰ ਪੁੱਛਦੇ ਕਿ ਨਾ ਭਾਈ ਜਾਨ ਤੁਹਾਨੂੰ ਕੋਈ ਚੀਜ਼ ਖਿਲਾਈਏ। ਮੈਂ ਕਿਹਾ ਸਰ ਤੁਹਾਨੂੰ ਪਤਾ ਹੈ ਕਿ ਤੁਸੀਂ 3-4 ਸਾਲ ਤੋਂ ਲਗਾਤਾਰ ਆ ਰਹੇ ਹੋ, ਤੁਸੀਂ ਕਦੀ ਸਫ਼ਰ ਕਰਕੇ ਆਏ ਨਾ, ਇਸ ਵਾਸਤੇ ਨਹੀਂ ਰੋਜ਼ਾ ਤੁਸੀਂ ਕਦੀ ਨਹੀਂ ਦੇਖਿਆ ਹੋਣਾ ਕਿ ਮੈਂ ਰੋਜ਼ਾ ਛੱਡਿਆ। ਮੈਨੂੰ ਆਉਂਦੇ ਮੈਨੂੰ ਪੁੱਛਦੇ ਕਿ ਨਾ ਤੂੰ ਰੋਜ਼ਾ ਮੈਨੂੰ ਲੱਗਦਾ ਨਹੀਂ ਛੱਡਿਆ ਹੋਣਾ। ਮੈਂ ਕਿਹਾ ਮੈਂ ਬਿਲਕੁਲ ਰੋਜ਼ਾ ਨਹੀਂ ਛੱਡਿਆ ਅਲਹਮਦੁਲਿल्लाह। ਤੇ ਮੈਂ ਆਪਣੀ ਵਾਈਟੀ ਦੇ ਦੋਸਤਾਂ ਨੂੰ ਤੇ ਆਪਣੇ ਇਹਨਾਂ ਦੋਵਾਂ ਭਾਈਆਂ ਨੂੰ ਵੀ ਦਰਖਾਸਤ ਕਰਦਾ ਵਾਂ ਕਿ ਤੁਸੀਂ ਰੋਜ਼ਾ ਰੱਖਿਆ ਕਰੋ। ਅਗਰ ਤੁਸੀਂ ਰੋਜ਼ੇ ਨਾਲ ਮਰ ਗਏ ਨਾ ਤੇ ਇਹਦੀ ਜ਼ਿੰਮੇਵਾਰੀ ਮੇਰੀ ਹੈ, ਨਾਲੇ ਜ਼ਿੰਮੇਵਾਰੀ ਮੇਰੀ ਹੈ, ਤੁਸੀਂ ਮਰਦੇ ਨਹੀਂ ਜੀ। ਬਿਲਕੁਲ ਮਰਦੇ ਨਹੀਂ। ਹਾਂ, ਇਹਨਾਂ ਨੂੰ ਮੈਂ ਸਮਝਾਇਆ ਵਾ ਕਿ ਤੁਸੀਂ ਰੋਜ਼ਾ ਰੱਖੋ, ਰੋਜ਼ਾ ਰੱਖ ਕੇ ਤੇ ਤੁਸੀਂ ਸਫਿਆਨ ਸਾਹਿਬ ਆ ਗੱਲ ਆਪਣਾ ਗੌਰ ਨਾਲ ਸੁਣੋ। ਗੁਜਰ ਸਾਹਿਬ ਸਫਿਆਨ ਸਾਹਿਬ ਨੂੰ ਸਮਝ ਆ ਗਈ। ਹੁਣ ਸਵੇਰ ਤੋਂ ਕਣਕ ਵੱਢਣੀ ਹੈ ਨਾ ਸਫਿਆਨ ਨੇ, ਰੋਜ਼ਾ ਰੱਖ ਕੇ ਕਣਕ ਵੱਢਿਆ ਕਰਨੀ ਹੈ। ਇਹ ਦੂਸਰੀਆਂ ਮਸ਼ੀਨਾਂ ਦਾ ਨੈਕ ਹੈ। ਅੱਛਾ ਹਾਂਜੀ, ਇੱਦਾਂ ਲੱਗਦਾ ਤੇ ਮੇਰੇ ਤਰ੍ਹਾਂ ਮੁਲਾਜ਼ਮ ਆ, ਤੇ ਵੈਸੇ ਨੈਕ ਆ ਮਾਸ਼ਾਅੱਲਾ। ਇਹ ਛੋਟਾ ਮੈਂ ਭਾਈ ਨੂੰ ਕਿਹਾ ਭਾਈ ਹੋਏ ਹੁਣੀ ਆਏ ਹੋਏ ਨੇ ਗੁਜਰਾਲੇ ਚੋਂ,
ਗੁਜਰਾਲੇ 'ਚ ਹਰ ਸਾਲ ਇਹ ਆਉਂਦੇ ਨੇ ਇੱਥੇ ਮਸ਼ੀਨ ਮਤਲਬ ਹੈਰਵੈਸਟਰ ਦੇ ਨਾਲ ਕਣਕ ਦੀ ਕਟਾਈ ਵਗੈਰਾ ਕਰਦੇ ਨੇ। ਤੇ ਅੱਜ ਇਹ ਆਏ ਤੇ ਇਹਨਾਂ ਦੀ ਗੱਡੀ ਖਰਾਬ ਹੋ ਗਈ ਤੇ ਮੈਂ ਕਿਹਾ ਚਲੋ ਨਾਲੇ ਤੇ ਇਹਨਾਂ ਦੀ ਗੱਡੀ ਠੀਕ ਕਰਿਆ ਵਾਂ ਤੇ ਨਾਲੇ ਹੁਣੇ ਇਹਨੇ ਮੇਰੇ ਕੋਲ ਸਿਗਰਟ ਲਾਈ ਨਾ ਤੇ ਮੈਂ ਕਿਹਾ ਚੱਲ ਇਹਦੇ ਤੇ ਅੱਜ ਵੀਡੀਓ ਬਣਾ ਦਵਾਂ। ਕੀ ਗੱਲ ਭਾਈ ਨੇ ਜਿੰਨੀ ਕੁ ਹੋ ਗਈ ਹੈ ਤਾਂ ਇਹਨੂੰ ਸਮਝ ਜਾਣਾ ਚਾਹੀਦਾ ਕੌਣ ਕਰਾਂ। ਹੁਣ ਉਮੀਦ ਹੈ ਕਿ ਤੂੰ ਦੁਬਾਰਾ ਸਿਗਰਟ ਰੋਜ਼ਾ ਰੱਖੇਗਾ। ਰੋਜ਼ੇਦਾਰ ਦੇ ਸਾਹਮਣੇ ਪੀਏ ਗਏ ਨਹੀਂ, ਸਿਗਰਟ ਵੀ ਨਹੀਂ ਪੀਏ। ਹੁਣ ਭਾਈ ਵੀ ਮੇਰੇ ਪੂਰੇ ਤਮਾਮ ਤਰੀਕੇ ਨਾਲ ਬੜੇ ਕੌਨਫੀਡੈਂਸ ਨਾਲ ਕਹਿ ਰਹੇ ਜਿਵੇਂ ਬੰਦੇ ਦੇ ਵਿੱਚ ਨਹੀਂ ਹਿੰਮਤ ਆ ਜਾਂਦੀ ਹੈ ਕਿ ਇਨਸ਼ਾਅੱਲਾ ਮੈਂ ਹੁਣ ਰੋਜ਼ਾ ਰੱਖਾਂਗਾ। ਹੁਣ ਮੈਂ ਤੁਹਾਡੇ ਸਾਹਮਣੇ ਗੱਡੀ ਚਲਾ ਰਿਹਾ ਵਾਂ ਤੇ ਰੋਡ ਦੇ ਉੱਪਰ ਜਾ ਰਿਹਾ ਵਾਂ ਤੇ ਮੈਂ ਤਮਾਮ ਵੀਵਰਸ ਨੂੰ ਆਪਣੇ ਨੂੰ ਦਰਖਾਸਤ ਇਹੀ ਕਰਾਂਗਾ ਕਿ ਮੈਨੂੰ ਸਾਰੇ support- ਭਾਈ ਲਾਈਕ ਕਰੋ ਵੀਡੀਓ ਨੂੰ, ਸਬਸਕ੍ਰਾਈਬ ਕਰੋ ਪੇਜ ਚੋਰੀ ਮੋਸਨ। ਹਾਂ ਜੀ ਭਾਈ ਹੋਰਾਂ ਨੇ ਰਿਕੁਐਸਟ ਵੀ ਕੀਤੀ। ਅੱਜ ਭਾਈ ਹੋਰਾਂ ਦੇ ਵਿੱਚ ਜਨੂਨ ਵੀ ਆ ਗਿਆ ਵਾ। ਭਾਈ ਹੋਰੀ ਕਹਿੰਦੇ ਕਿ ਅਸੀਂ ਰੋਜ਼ਾ ਵੀ ਰੱਖਾਂਗੇ ਤੇ ਇਨਸ਼ਾਅੱਲਾ ਤੁਸੀਂ ਮੇਰੀ ਵੀਡੀਓ ਨੂੰ ਸਪੋਰਟ ਵੀ ਕਰੋ। ਤਾਂ ਤੁਹਾਡਾ ਸਪੋਰਟ ਕਰਨ ਦਾ ਬੇਹੱਦ ਸ਼ੁਕਰੀਆ। ਮਿਲਦੇ ਹਾਂ ਇਨਸ਼ਾਅੱਲਾ। ਤੁਹਾਨੂੰ ਪਤਾ ਇਹ ਰਸਤੇ ਦਾ ਮਾਹੌਲ ਆ ਤੇ ਕਾਫੀ ਰਸਤੇ 'ਚ ਵਿਚਾਰੇ ਆਉਂਦੇ ਪਏ ਸੀ ਤੇ ਇਹਨਾਂ ਦੀ ਗੱਡੀ ਖਰਾਬ ਹੋ ਗਈ ਤੇ ਹੁਣ ਮੈਂ ਜਾ ਰਿਹਾ ਹਾਂ। ਬਸ ਥੋੜਾ ਜਿਹਾ ਤਕਰੀਬਨ ਗਰਮੀ ਬਹੁਤ ਜ਼ਿਆਦਾ ਵਾ। ਬਾਰਿਸ਼ਾਂ ਮਾਸ਼ਾਅੱਲਾ ਕਣਕਾਂ ਜਿਹੜੀਆਂ ਉਹ ਵੀ ਬਿਲਕੁਲ ਤਿਆਰ ਹੋ ਗਈਆਂ ਨੇ ਕਿਉਂਕਿ ਹਾਲਾਤ ਇਸ ਕਦਰ ਖਰਾਬ ਹੋ ਗਏ ਆ ਤੇ ਅੱਲਾਹ ਪਾਕ ਤੋਂ ਮਿਹਰਬਾਨੀ ਦੀ ਅਪੀਲ ਆ ਕਿ ਅੱਲਾਹ ਪਾਕ ਮਿਹਰਬਾਨੀ ਦਾ ਮਾਮਲਾ ਕਰੇ। ਤੇ ਇਹ ਸਾਡਾ ਮੇਰਾ ਰਸਤੇ ਦਾ ਮਾਹੌਲ ਆ ਤੇ ਵੈਸੇ ਤਾਂ ਹੁਣ ਬਹੁਤ ਜ਼ਿਆਦਾ ਗਰਮੀ ਪੈਣ ਲੱਗ ਪਈ। ਇਨਸ਼ਾਅੱਲਾ ਜਿਹੜਾ ਨਾ 2-4 ਦਿਨਾਂ ਦੇ ਵਿੱਚ ਹੀ ਕਣਕਾਂ ਦੀ ਵਢਾਈ ਸ਼ੁਰੂ ਆ। ਅੱਲਾਹ ਪਾਕ ਤੋਂ ਮਜ਼ੀਦ ਇਹ ਦੁਆ ਵਾ ਕਿ ਅੱਲਾਹ ਪਾਕ ਦੇਖੋ ਇਹ ਸਾਡੀਆਂ ਸਖਤੀਆਂ ਹੀ ਆ। ਅਗਰ ਅਸੀਂ ਰੋਜ਼ਾ ਰੱਖੀਏ ਤੇ ਸਾਨੂੰ ਅੱਲਾਹ ਪਾਕ ਇੰਨੀਆਂ ਜ਼ਿਆਦਾ ਤਕਲੀਫਾਂ ਨਾ ਦੇਵੇ ਨਾ। ਦੇਖੋ ਇੱਕ ਮਾਂ ਆਪਣੇ ਬੱਚੇ ਨਾਲ ਕਿੰਨਾ ਪਿਆਰ ਕਰਦੀ ਹੈ, ਮਹਿਸੂਸ ਕਰ ਸਕਦਾ ਕੋਈ। ਲੇਕਿਨ ਇਸੇ ਤਰ੍ਹਾਂ ਅੱਲਾਹ ਪਾਕ ਇੱਕ ਬੰਦੇ ਨਾਲ 70 ਮਾਵਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਤੇ ਫਿਰ ਆਪਣੇ ਬੰਦੇ ਨੂੰ ਕਿੱਦਾਂ ਤਕਲੀਫ ਦੇ ਸਕਦਾ ਵਾ। ਤੇ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਵੀਡੀਓ ਦੀ ਜ਼ਰੂਰ ਸਮਝ ਆਏਗੀ। ਸਾਡੇ ਤੇ ਸਾਡਾ ਇਜ਼ਾਬ ਹੀ ਆ ਕਿਉਂਕਿ ਜਿਹੜਾ ਅਸੀਂ ਸ਼ਰੇਆਮ ਸਿਗਰਟਾਂ ਪੀਂਦੇ ਫਿਰਦੇ ਆ, ਸ਼ਰੇਆਮ ਚੀਜ਼ਾਂ ਖਾਂਦੇ ਆ। ਸਾਨੂੰ ਚਾਹੀਦਾ ਕਿ ਅਗਰ ਤੁਹਾਨੂੰ ਕੋਈ ਮਜਬੂਰੀ ਹੈ, ਤੁਸੀਂ ਕੁਝ ਖਾਣਾ ਹੀ ਚਾਹੁੰਦੇ ਜੇ ਤਾਂ ਤੁਸੀਂ ਇੱਕ ਸਾਈਡ ਤੇ ਹੋ ਕੇ ਥੋੜਾ ਜਿਹਾ ਖਾ ਸਕਦੇ ਜੇ। ਤੁਹਾਨੂੰ ਇਜਾਜ਼ਤ ਹੈ, ਤੁਹਾਨੂੰ ਬਸ਼ਰਤ ਕਿ ਕੋਈ ਮਜਬੂਰੀ ਆ। ਲੇਕਿਨ ਅਸੀਂ ਤਾਂ ਸ਼ਰੇਆਮ ਲੱਗੇ ਹੋਏ ਆ ਕਿ ਜੀ ਅਸੀਂ ਬੜਾ ਚੰਗਾ ਕੰਮ ਕਰਦੇ ਆ। ਲੇਕਿਨ ਸਭ ਤੋਂ ਗਲਤ ਕੰਮ ਇਹੀ ਆ ਕਿ ਜਿਹੜਾ ਤੁਸੀਂ ਅੱਲਾਹ ਨਾਲ ਜਿਹੜਾ ਨਾ ਧੋਖਾਬਾਜ਼ੀ ਕਰਦੇ ਆ ਕਿ ਅੱਲਾਹ ਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ ਹੈਗੀ। ਤੇ ਇਨਸ਼ਾਅੱਲਾ ਨਵੀਂ ਵੀਡੀਓ ਨਾਲ ਮਿਲਾਂਗਾ। ਤਬ ਤੱਕ ਦੀ ਇਜਾਜ਼ਤ ਚਾਹਨਾ ਤੇ तमाम ਦੋਸਤ ਮੇਰੀ ਜਿਹੜੀ ਵੀਡੀਓ ਦੇਖ ਕੇ ਇਹਦੇ ਤੋਂ ਕੁਝ ਸਬਕ ਵੀ ਹਾਸਲ ਕਰਿਓ ਕਿ ਤੁਸੀਂ ਸਾਡੇ ਤੇ ਇਜ਼ਾਬ ਸਿਰਫ ਸਾਡੀਆਂ ਕੀਤੀਆਂ ਦਾ ਹੀ ਆ। ਤੇ ਅੱਲਾਹ ਹਾਫਿਜ਼।